TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਜਗਰਾਉਂ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਲੱਗੀ ਅੱਗ 5 ਪਾਵਨ ਸਰੂਪ ਹੋਏ ਅਗਨ ਭੇਂਟ। ਪਹਿਲੀ ਜਮਾਤ ਵਿੱਚ ਦਾਖਲੇ ਦੀ ਉਮਰ ਹੋਵੇਗੀ 6 ਸਾਲ। ਮਹਾਨ ਭਾਰਤ ਦੀ ਦਰਦਨਾਕ ਤਸਵੀਰ ਆਈ ਸਾਹਮਣੇ। ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਰਤੇ ਹੋਇਆ ਹਮਲਾ। ਚੰਡੀਗੜ੍ਹ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਅਤੇ PTC ਤੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਵਾਪਸ ਲੈਣ ਦੀ ਉੱਠੀ ਮੰਗ। ਦੋਸਤੋ, ਇਹ ਕੁਝ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ। ਇਹਦੇ ਤੋਂ ਪਹਿਲਾਂ ਕਿ ਇਹਨਾਂ ਜਾਣਕਾਰੀਆਂ ਨੂੰ ਸ਼ਾਮਲ ਕਰਾਂ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਵੇਖ ਲੈਣਾ, ਸੁਣ ਲੈਣਾ। ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਨਾਲ ਹੀ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਅਤੇ ਆਪਣਾ ਫੇਸਬੁੱਕ ਪੇਜ TVN ਕੈਨੇਡਾ ਕਿਰਪਾ ਕਰਕੇ ਲਾਈਕ ਜ਼ਰੂਰ ਕਰ ਲੈਣਾ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਮੇਂ-ਸਮੇਂ 'ਤੇ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਨੇ ਕਿ ਕਿਤੇ ਪਾਵਨ ਸਰੂਪ ਦੀ ਕੋਈ ਬੇਅਦਬੀ ਕਰ ਗਿਆ, ਕਿਤੇ ਅੱਗ ਲਾ ਕੇ ਉਹਨਾਂ ਨੂੰ ਸਾੜ ਦਿੱਤਾ। ਤੇ ਹੁਣ ਖਬਰ ਮਿਲ ਰਹੀ ਹੈ ਜਗਰਾਉਂ ਤੋਂ। ਜਗਰਾਉਂ ਦੇ ਰਾਏਕੋਟ ਰੋਡ ਤੇ ਪੈਂਦਾ ਗੁਰਦੁਆਰਾ ਸਾਹਿਬ ਅਜੀਤਸਰ ਸਾਹਿਬ। ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਅਜੀਤਸਰ ਸਾਹਿਬ ਦੇ ਵਿੱਚ ਬੀਤੀ ਅੱਧੀ ਰਾਤ ਨੂੰ ਸੁਖ ਆਸਣ ਵਾਲੇ ਕਮਰੇ ਦੇ ਵਿੱਚ ਸ਼ਾਰਟ ਸਰਕਟ ਹੋਇਆ, ਜਿਸ ਦੇ ਕਾਰਨ ਅੱਗ ਲੱਗ ਗਈ ਅਤੇ ਗੁਰੂ ਸਾਹਿਬ ਦੇ ਪਾਵਨ ਸਰੂਪ ਅਗਨ ਭੇਂਟ ਹੋ ਗਏ। ਤੜਕਸਾਰ ਜਦੋਂ ਇਸ ਘਟਨਾ ਦਾ ਪਤਾ ਲੱਗਿਆ, ਵੱਡੀ ਗਿਣਤੀ ਵਿੱਚ ਸ਼ਰਧਾਲੂ ਉੱਥੇ ਪਹੁੰਚੇ ਅਤੇ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੰਗਤਾਂ ਦੇ ਵਿੱਚ ਰੋਸ ਕਿ ਸ਼ਾਇਦ ਕਿਸੇ ਸ਼ਰਾਰਤੀ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਨਾ ਦਿੱਤਾ ਹੋਵੇ। ਰੌਲਾ ਰੱਪਾ ਪੈਣ ਲੱਗਿਆ। ਜਾਣਕਾਰੀ ਮਿਲੀ ਹੈ ਕਿ ਪੁਲਿਸ ਕਾਫੀ ਵੱਡੀ ਗਿਣਤੀ ਵਿੱਚ ਉੱਥੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਦੇ ਵਿੱਚੋਂ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਅੱਧੀ ਕੁ ਰਾਤ ਸੀ, ਗੁਰਦੁਆਰਾ ਸਾਹਿਬ ਦੇ ਸੁੱਖ ਆਸਣ ਵਾਲੇ ਕਮਰੇ ਦੇ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪ ਸੁੱਖ ਆਸਣ ਕੀਤੇ ਹੋਏ ਸੀ ਅਤੇ ਅਚਾਨਕ ਪੱਖੇ ਦੀ ਤਾਰ ਦੇ ਵਿੱਚ ਸ਼ਾਰਟ ਸਰਕਟ ਹੋਇਆ ਅਤੇ ਉਹਦੇ ਨਾਲ ਸੁੱਖ ਆਸਣ ਦੇ ਕਮਰੇ ਦੇ ਵਿੱਚ ਜਿਹੜੇ ਪਰਦੇ ਲੱਗੇ ਹੋਏ ਸੀ ਉਹਨੂੰ ਸਭ ਤੋਂ ਪਹਿਲਾਂ ਅੱਗ ਲੱਗੀ। ਉਹਦੇ ਤੋਂ ਬਾਅਦ ਉਹ ਅੱਗ ਅੱਗੇ ਵੱਧਦੀ ਗਈ, ਜਿਸ ਦੇ ਕਾਰਨ 5 ਪਾਵਨ ਸਰੂਪ ਅਤੇ 2 ਪੋਥੀਆਂ ਉਸ ਭਿਆਨਕ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਈਆਂ। ਜਦ ਤੱਕ ਅੱਗ ਦੀਆਂ ਲਪਟਾਂ ਬਾਹਰ ਨਜ਼ਰ ਆਉਣ ਲੱਗੀਆਂ, ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸੁੱਖ ਆਸਣ ਵਾਲੇ ਸਥਾਨ ਤੱਕ ਪਹੁੰਚੇ। ਉਦੋਂ ਤੱਕ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ ਅਤੇ ਪਾਵਨ ਸਰੂਪ ਤੇ ਪੋਥੀਆਂ ਆਪਣੀ ਲਪੇਟ ਵਿੱਚ ਲੈ ਲਈਆਂ ਸੀ। ਕਾਫੀ ਜੱਦੋ-ਜਹਿਦ ਅਤੇ ਮੁਸ਼ੱਕਤ ਕਰਨ ਤੋਂ ਬਾਅਦ ਉਸ ਭਿਆਨਕ ਅੱਗ ਤੇ ਭਾਵੇਂ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਇਹ ਸਾਰਾ ਕੁਝ ਵਾਪਰ ਚੁੱਕਿਆ ਸੀ। ਦਿਨ ਚੜ੍ਹਿਆ, ਘਟਨਾ ਦਾ ਪਤਾ ਲੱਗਿਆ। ਇਲਾਕੇ ਦੀਆਂ ਸੰਗਤਾਂ, ਸਿੱਖ ਸੰਗਤਾਂ, ਨਿਹੰਗ ਜਥੇਬੰਦੀਆਂ, ਗੁਰੂ ਨਾਨਕ ਨਾਮ ਲੈਵਾ ਸੰਗਤਾਂ ਉੱਥੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਦੇਖਦਿਆਂ ਵੱਡੀ ਗਿਣਤੀ ਵਿੱਚ ਸੰਗਤਾਂ ਉੱਥੇ ਪਹੁੰਚ ਗਈਆਂ। ਸੰਗਤਾਂ ਦੇ ਵਿੱਚ ਰੋਸ, ਪਰ ਆਖਰਕਾਰ ਫਿਰ ਪਤਾ ਕਿਵੇਂ ਲੱਗਿਆ ਕਿ ਸ਼ਾਰਟ ਸਰਕਟ ਹੋਇਆ, ਅੱਗ ਦੀ ਘਟਨਾ ਕਿਵੇਂ ਵਾਪਰੀ? ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਸ਼ੰਕੇ ਸੀ ਕਿ ਸ਼ਾਇਦ ਕਿਸੇ ਨੇ ਇਹ ਅੱਗ ਲਾ ਨਾ ਦਿੱਤੀ ਹੋਵੇ। ਉੱਥੇ DSP ਦਲਜੀਤ ਸਿੰਘ ਵਿਰਕ ਅਤੇ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਵੀ ਪਹੁੰਚੇ ਹੋਏ ਸੀ। ਭਾਰੀ ਪੁਲਿਸ ਫੋਰਸ ਵੀ ਉੱਥੇ ਪਹੁੰਚੀ ਹੋਈ ਸੀ। ਫਿਰ CCTV ਕੈਮਰਾ ਲੱਭਿਆ। ਕੈਮਰੇ ਦੀ ਫੁਟੇਜ ਘੋਖੀ ਪੜਤਾਲੀ ਗਈ ਕਿ ਦੇਖੋ ਤਾਂ ਕਿਤੇ ਕੋਈ ਬੰਦਾ ਤਾਂ ਨਹੀਂ ਆਉਂਦਾ, ਕਿਤੇ ਕੋਈ ਅੱਗ ਲਾ ਕੇ ਭੱਜਿਆ ਤਾਂ ਨਹੀਂ। ਕਹਿੰਦੇ ਹੈ ਕਿ CCTV ਕੈਮਰੇ ਦੇ ਵਿੱਚ ਫਿਰ ਪਤਾ ਲੱਗਿਆ ਕਿ ਭਾਈ ਸ਼ਾਰਟ ਸਰਕਟ ਹੀ ਹੋਇਆ, ਅੱਗ ਕਿਸੇ ਨੇ ਲਾਈ ਨਹੀਂ। ਫਿਰ ਕਿਤੇ ਲੋਕਾਂ ਦਾ ਜਿਹੜਾ ਗੁੱਸਾ ਸ਼ਾਂਤ ਹੋਇਆ, ਨਹੀਂ ਤੇ ਲੋਕਾਂ ਦੇ ਵਿੱਚ ਸ਼ੰਕੇ ਸੀ। ਪਰ ਸੱਚਮੁੱਚ ਇਹ ਮੰਦਭਾਗੀ ਘਟਨਾ ਹੈ। ਤੇ ਹੁਣ ਅਗਲੀ ਜਿਹੜੀ ਖਬਰ ਹੈ ਉਹ ਦੇਖਣ ਨੂੰ ਸੁਣਨ ਨੂੰ ਬਹੁਤ ਚੰਗੀ ਲੱਗਦੀ ਹੈ, ਪਰ ਇਹਦੇ ਪਿਛਲਾ ਪੱਖ ਕੀ ਹੈ ਮੈਂ ਤੁਹਾਡੇ ਨਾਲ ਉਹ ਵੀ ਸਾਂਝਾ ਕਰਨਾ ਹੈ। ਸਕੂਲੀ ਸਿੱਖਿਆ ਦੇ ਵਿੱਚ ਇਕਸਾਰਤਾ ਨਹੀਂ। ਸਰਕਾਰ ਕਹਿੰਦੀ ਹੈ ਇਹਦੇ ਵਿੱਚ ਇਕਸਾਰਤਾ ਲਿਆਉਣੀ ਹੈ। ਇਹਦੇ ਵਾਸਤੇ ਇੱਕ ਅਸੀਂ ਕਦਮ ਚੁੱਕਣ ਜਾ ਰਹੇ ਹਾਂ। ਉਸ ਕਦਮ ਦੇ ਨਾਲ ਸਮੁੱਚੇ ਭਾਰਤ ਦੇ ਵਿੱਚ ਸਕੂਲਾਂ ਦਾ ਜਿਹੜਾ ਪਹਿਲੀ ਜਮਾਤ ਦਾ ਦਾਖਲਾ ਹੋਏਗਾ ਉਹ ਘੱਟੋ ਘੱਟ 6 ਵਰ੍ਹੇ ਕਰ ਦਿੱਤਾ ਜਾਏਗਾ। ਕੇਂਦਰੀ ਪੱਧਰ ਤੇ ਸਕੂਲੀ ਸਿੱਖਿਆ ਦੇ ਸਭ ਤੋਂ ਵੱਡੇ ਸੰਗਠਨ ਕੇਂਦਰੀ ਸਕੂਲਾਂ ਦੇ ਵਿੱਚ ਇਹਨੂੰ ਲਾਗੂ ਕਰਨ ਤੋਂ ਬਾਅਦ ਸਿੱਖਿਆ ਮੰਤਰਾਲਾ ਹੁਣ ਇਹਨੂੰ ਸਾਰੇ ਸੂਬਿਆਂ ਦੇ ਵਿੱਚ ਵੀ ਲਾਗੂ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਸਾਰੇ ਸੂਬਿਆਂ ਨੂੰ
ਇਸ ਮਸਲੇ ਨੂੰ ਆਧਾਰ ਬਣਾ ਕੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹੈ। ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਹਨੂੰ ਅਗਲੇ 2 ਤੋਂ 3 ਸਾਲਾਂ ਦੇ ਵਿੱਚ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਸਿੱਖਿਆ ਮੰਤਰਾਲੇ ਨੇ ਇਹ ਕਦਮ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਵਿੱਚ ਸਿਫਾਰਿਸ਼ ਤੋਂ ਬਾਅਦ ਚੁੱਕਿਆ ਹੈ, ਜਿਸ ਦੇ ਵਿੱਚ ਸਕੂਲੀ ਢਾਂਚੇ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਗਿਆ ਹੈ। ਇਹਦੇ ਵਿੱਚ ਪਹਿਲੀ ਜਮਾਤ ਵਿੱਚ ਦਾਖਲੇ ਦੀ ਉਮਰ 6 ਸਾਲ ਤੈਅ ਕੀਤੀ ਗਈ ਹੈ। ਹਾਲਾਂਕਿ ਮੈਂ ਦੱਸ ਦਿਆਂ ਕਿ ਪਹਿਲਾਂ ਵੀ ਬਹੁਤ ਸਾਰੇ ਸੂਬੇ ਨੇ, ਤਕਰੀਬਨ ਉਹਨਾਂ ਦੀ ਗਿਣਤੀ 22 ਬਣਦੀ ਹੈ, ਜਿਹਦੇ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਨੇ, ਜਿਨ੍ਹਾਂ ਦੇ ਵਿੱਚ ਪਹਿਲਾਂ ਵੀ ਘੱਟੋ ਘੱਟ ਜਿਹੜੀ ਦਾਖਲੇ ਦੀ ਉਮਰ ਹੈ ਪਹਿਲੀ ਜਮਾਤ ਵਿੱਚ 6 ਸਾਲ ਹੀ ਹੈ। ਅਤੇ ਕਈ ਸੂਬੇ ਉੱਥੇ ਇਹ ਵੀ ਨੇ ਜਿਨ੍ਹਾਂ ਦੇ ਵਿੱਚ 5 ਸਾਲ ਜਾਂ 5.5 ਸਾਲ ਵੀ ਘੱਟੋ ਘੱਟ ਉਮਰ ਰੱਖੀ ਗਈ ਹੈ। ਪਰ ਮੰਤਰਾਲੇ ਦਾ ਮੰਨਣਾ ਹੈ ਕਿ ਸਕੂਲੀ ਸਿੱਖਿਆ ਦੀ ਇਹ ਵੱਡੀ ਘਾਟ ਹੈ, ਜਿਸ ਦਾ ਖਮਿਆਜ਼ਾ ਬੱਚਿਆਂ ਨੂੰ ਇੱਕ ਸੂਬੇ ਤੋਂ ਜਦੋਂ ਦੂਸਰੇ ਸੂਬੇ ਦੇ ਵਿੱਚ ਸ਼ਿਫਟ ਹੁੰਦੇ ਆ ਜਾਂ ਕਿਸੇ ਮੁਕਾਬਲੇ ਦੇ ਵਿੱਚ ਜਾਂਦੇ ਆ, ਕੋਈ ਪ੍ਰੀਖਿਆ ਦੇ ਵਿੱਚ ਸ਼ਾਮਲ ਹੋਣਾ ਹੁੰਦਾ, ਉੱਥੇ ਉਹਨਾਂ ਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਰਕੇ ਸਾਰੇ ਸੂਬਿਆਂ ਦੇ ਵਿੱਚ ਪਹਿਲੀ ਜਮਾਤ ਵਿੱਚ ਦਾਖਲੇ ਦੀ ਵੱਖੋ-ਵੱਖ ਉਮਰ ਹੋਣ ਦੇ ਕਾਰਨ ਉਮਰ ਵਰਗ ਦੇ ਆਧਾਰ ਤੇ ਇਕੱਠੇ ਕੀਤੇ ਜਾਣ ਵਾਲੇ ਬਿਊਰੇ ਵਿੱਚ ਗਲਤੀ ਬਣੀ ਰਹਿੰਦੀ ਹੈ। ਇਸ ਕਰਕੇ ਸਾਰੇ ਸੂਬਿਆਂ ਦੇ ਵਿੱਚ ਰਾਸ਼ਟਰੀ ਪੱਧਰ ਤੇ ਸ਼ੁੱਧ ਨਾਮਜ਼ਦਗੀ ਅਨੁਪਾਤ ਵੀ ਪ੍ਰਭਾਵਿਤ ਹੁੰਦਾ ਹੈ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਕਿਹੜੇ-ਕਿਹੜੇ ਉਹ ਸੂਬੇ ਨੇ ਜਿੱਥੇ ਪਹਿਲਾਂ ਵੀ ਪਹਿਲੀ ਜਮਾਤ ਵਿੱਚ ਦਾਖਲੇ ਦੀ ਉਮਰ 6 ਵਰ੍ਹੇ ਹੈ। ਉਹਨਾਂ 'ਚ ਬਿਹਾਰ ਵੀ ਹੈ, ਉਹਨਾਂ 'ਚ ਯੂਪੀ ਵੀ ਹੈ, ਬੰਗਾਲ, ਤ੍ਰਿਪੁਰਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਮਣੀਪੁਰ, ਤਾਮਿਲਨਾਡੂ, ਸਿੱਕਮ, ਮਿਜ਼ੋਰਮ, ਆਪਣਾ ਸੂਬਾ ਪੰਜਾਬ ਵੀ ਹੈ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਮੇਘਾਲਿਆ, ਉੜੀਸਾ, ਨਾਗਾਲੈਂਡ, ਚੰਡੀਗੜ੍ਹ, ਲਕਸ਼ਦੀਪ, ਅੰਡੇਮਾਨ ਨਿਕੋਬਾਰ ਦੀਪ ਸਮੂਹ, ਦਾਦਰਾ ਤੇ ਨਗਰ ਹਵੇਲੀ। ਇਹ ਤਕਰੀਬਨ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 22 ਬਣਦੇ ਨੇ, ਜਿੱਥੇ ਪਹਿਲਾਂ ਵੀ ਉਮਰ 6 ਵਰ੍ਹੇ ਹੈ ਘੱਟੋ ਘੱਟ। ਪਰ ਹੁਣ ਦੇਖਣ ਨੂੰ ਚੰਗਾ ਲੱਗਦਾ ਹੋਊ, ਹਾਲੇ ਮੈਂ ਅੱਜ ਹੀ ਪ੍ਰੋਗਰਾਮ 'ਚ ਜ਼ਿਕਰ ਕਰ ਰਿਹਾ ਸੀ ਕਿ ਚੂਹੇਮਾਰਜੀ ਕਰ ਦਿੱਤੀ ਜਾਂਦੀ ਹੈ। 2-2.5 ਸਾਲ ਦਾ ਬੱਚਾ ਜਾਂ ਬੱਚੀ ਹੁੰਦੀ ਹੈ, ਉਹਨੂੰ ਅੱਧ ਸੁੱਤੇ ਜਿਹਨੂੰ ਉਹਦੇ ਹੱਥ ਮੂੰਹ ਧੋ ਕੇ ਗੱਡੀ 'ਚ ਬਿਠਾ ਦਿੱਤਾ ਜਾਂਦਾ ਹੈ। ਤੇ 2-2.5 ਸਾਲ ਦਾ ਬੱਚਾ ਜਾਂ ਬੱਚੀ ਭਲਾ ਕੀ ਪੜ੍ਹਦਾ ਹੋਣਾ, ਕੀ ਸਿੱਖਦਾ ਹੋਣਾ। ਪਰ ਇਹਨਾਂ ਸਕੂਲਾਂ ਦੇ ਵਿੱਚ ਘੱਟ ਤੋਂ ਘੱਟ 5 ਸਾਲ ਦਾ ਬੱਚਾ ਹੀ ਦਾਖਲ ਕੀਤਾ ਜਾਂਦਾ ਹੈ। ਹੁਣ ਜੇ ਪਹਿਲਾਂ ਹੀ ਪੰਜਾਬ ਦੇ ਵਿੱਚ 6 ਵਰ੍ਹੇ ਉਮਰ ਹੈ ਤਾਂ ਭਾਈ ਉਹ ਸਕੂਲ 'ਚ ਤਾਂ ਪਾਉਂਦੇ ਆ, ਪਰ ਆ ਕਾਨੂੰਨ ਦੇ ਵਿੱਚ ਇੱਕ ਲੂਪ ਹੋਲ ਹੈ, ਇੱਕ ਚੋਰ ਮੋਰੀ ਹੈ ਕਿ ਪਹਿਲੀ ਜਮਾਤ ਵਿੱਚ ਕਿਹਾ ਗਿਆ ਕਿ 6 ਸਾਲ ਦਾ ਹੋਵੇ। ਉਹਦੇ ਤੋਂ ਪਹਿਲਾਂ ਨਰਸਰੀ ਹੈ ਜੀ, KG ਹੈ ਜੀ, UKG ਹੈ ਜੀ, LKG ਹੈ ਜੀ। ਮੈਨੂੰ ਲੱਗਦਾ ਕਿ ਸਰਕਾਰ ਨੂੰ ਇਸ ਪਾਸੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਪਹਿਲੀ ਜਮਾਤ ਤੋਂ ਪਹਿਲਾਂ ਇੱਕ ਨਰਸਰੀ ਕਰਾ ਦਿਓ ਤੇ ਉਹਦੇ ਤੋਂ ਬਾਅਦ ਪਹਿਲੀ ਜਮਾਤ ਵਿੱਚ ਹੋਵੇ। ਇਹ ਨਹੀਂ ਕਿ UKG, LKG ਜੀ, KG ਜੀ, ਕਿੰਡਰਗਾਰਡਨ ਕਰਾ ਦਿਓ। ਕਿੰਡਰਗਾਰਡਨ ਤੋਂ ਬਾਅਦ KG ਦਾ ਮਤਲਬ ਪੂਰਾ ਕਿੰਡਰਗਾਰਡਨ ਹੀ ਹੈ। ਕਿੰਡਰਗਾਰਡਨ ਤੋਂ ਬਾਅਦ ਉਹਨੂੰ ਪਹਿਲੀ 'ਚ ਲੈ ਜਾਓ। ਇੱਥੇ ਤੱਕ ਕਮਾਲ ਹੀ ਕੀਤੀ ਪਈ ਹੈ ਕਿ ਜਿਹੜੇ ਉਹ 2.5-3 ਸਾਲ ਜਾਂ ਪਹਿਲਾ ਸਮਾਂ ਹੈ ਜਦੋਂ ਤੱਕ ਬੱਚਾ 6 ਸਾਲ ਦਾ ਹੁੰਦਾ ਨਹੀਂ, ਉਦੋਂ ਤੱਕ ਉਹਨੂੰ ਵੱਖ-ਵੱਖ ਕਦੇ ਨਰਸਰੀ, ਕਦੇ KG, ਕਦੇ UKG, ਕਦੇ LKG ਉੱਥੇ ਘੁਮਾਇਆ ਫਰਾਇਆ ਜਾਂਦਾ ਹੈ। ਔਰ ਸੱਚਮੁੱਚ ਇਹ ਸਮੁੱਚੇ ਭਾਰਤ ਦੇ ਵਿੱਚ ਇੱਕੋ ਹੀ ਉਮਰ ਕਰਨੀ ਕਦਮ ਉਸੇ ਪਾਸੇ ਨੂੰ ਨੇ ਕਿ ਇੱਕ ਮੁਲਕ ਇੱਕ ਮੰਡੀ, ਇੱਕ ਮੁਲਕ ਇੱਕ ਚੋਣ। ਵੇਖੋ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਕੀ ਕੁਝ ਹੁੰਦਾ ਹੈ। ਪਰ ਸੱਚਮੁੱਚ ਭਾਰਤ ਮਹਾਨ ਹੈ, ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ ਮਹਾਨ ਹੈ, ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੇ, ਬਹੁਤ ਸਾਰੀਆਂ ਚੰਗੀਆਂ ਉਦਾਹਰਨਾਂ ਨੇ। ਜਿਸ ਤਰ੍ਹਾਂ ਦੀਆਂ ਭਾਈਚਾਰਕ ਸਾਂਝਾਂ ਭਾਰਤ ਵਿੱਚ ਨੇ ਸ਼ਾਇਦ ਕਿਸੇ ਹੋਰ ਮੁਲਕ 'ਚ ਹੈ ਨਹੀਂ। ਜਿਸ ਤਰੀਕੇ ਨਾਲ ਲੋਹ ਲੰਗਰ ਸਾਡੇ ਆਪਣੇ ਸੂਬੇ ਜਾਂ ਭਾਰਤ ਵਿੱਚ ਤਪਦੇ ਆ ਸ਼ਾਇਦ ਹੋਰ ਕਿਤੇ ਹੈ ਨਹੀਂ। ਪਰ ਉਹ ਚੰਗੀਆਂ ਚੀਜ਼ਾਂ ਆਪਣੇ ਲੋਕ ਦੁਨੀਆ ਦੇ ਵੱਖੋ-ਵੱਖ ਕੋਨਿਆਂ ਵਿੱਚ ਵੀ ਲੈ ਕੇ ਜਾਂਦੇ ਨੇ। ਇੱਕ ਦੂਸਰੇ ਦਾ ਮਾਣ ਕਿਵੇਂ ਕਰਨਾ, ਸਤਿਕਾਰ ਕਿਵੇਂ ਕਰਨਾ, ਅੱਖ ਦੀ ਸ਼ਰਮ ਕੀ ਆ, ਵਗੈਰਾ ਵਗੈਰਾ। ਪਰ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ, ਸੱਚਮੁੱਚ ਫਿਰ ਇਨਸਾਨ ਸੋਚਦਾ ਹੈ ਕਿ ਪ੍ਰਸ਼ਾਸਨ ਕੀ ਕਰਦਾ ਹੈ, ਸਰਕਾਰ ਕੀ ਕਰਦੀ ਹੈ ਤੇ ਸਾਡਾ ਭਾਈਚਾਰਾ ਕਿੱਥੇ ਖੜਾ ਹੈ। ਇਹ ਖਬਰ ਹੈ ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਦੀ, ਜਿੱਥੋਂ ਸੱਚਮੁੱਚ ਬਹੁਤ ਭਿਆਨਕ ਤਸਵੀਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਵੀ ਹੋ ਗਈ ਹੈ ਤੇ ਚਫੇਰੇ ਇਹਦੀ ਨਿੰਦਾ ਵੀ ਹੋ ਰਹੀ ਹੈ। ਦਰਅਸਲ ਇੱਕ ਪਰਿਵਾਰ, ਉਸ ਪਰਿਵਾਰ ਦੀ 80 ਵਰ੍ਹਿਆਂ ਦੀ ਬਜ਼ੁਰਗ ਔਰਤ, ਉਹਦੀ ਸਿਹਤ ਵਿਗੜੀ, ਹਸਪਤਾਲ ਲਿਜਾਣਾ ਸੀ ਉਹਨੂੰ। ਹੁਣ ਹਸਪਤਾਲ ਲਿਜਾਣ ਦੇ ਲਈ ਕਰੇ ਕੀ ਬੰਦਾ? ਉਹਨਾਂ ਨੇ ਐਂਬੂਲੈਂਸ ਬੁਲਾਈ, ਕਈ ਘੰਟੇ ਇੰਤਜ਼ਾਰ ਕਰਦੇ ਰਹੇ, ਐਂਬੂਲੈਂਸ ਦੀ ਕੋਈ ਉੱਗ ਸੁੱਗ ਨਹੀਂ। ਜਦੋਂ ਐਂਬੂਲੈਂਸ ਨਾ ਆਈ ਤਾਂ ਉਸ ਬਜ਼ੁਰਗ ਦੀਆਂ 4 ਧੀਆਂ
ਚਾਰਾਂ ਧੀਆਂ ਨੇ ਮੰਜੇ ਤੇ ਪਾਇਆ ਬਿਸਤਰਾ ਵਿਛਾਇਆ ਤੇ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਲੈ ਕੇ ਪਹੁੰਚ ਗਈਆਂ। ਪਰ ਜਦੋਂ ਉਸ ਹਸਪਤਾਲ ਦੇ ਵਿੱਚ ਕਮਿਊਨਿਟੀ ਹੈਲਥ ਸੈਂਟਰ ਦੇ ਵਿੱਚ ਲੈ ਕੇ ਪਹੁੰਚੀਆਂ, ਡਾਕਟਰ ਕਹਿੰਦੇ ਜੀ ਇਹ ਬੀਬਾ ਜੀ ਤਾਂ ਚੱਲ ਵਸੀ ਹੈ, ਮ੍ਰਿਤਕ ਐਲਾਨ ਦਿੱਤਾ। ਹੁਣ ਤੁਹਾਨੂੰ ਲੱਗਦਾ ਹੋਣਾ ਕਿ ਉਹਨਾਂ ਦੀਆਂ ਮੁਸੀਬਤਾਂ, ਚਲੋ ਮੌਤ ਹੋ ਗਈ ਘਰ ਦੇ ਜੀ ਦੀ ਵਧੀਆਂ, ਕਿ ਸ਼ਾਇਦ ਹੁਣ ਐਂਬੂਲੈਂਸ ਮਿਲ ਗਈ ਹੋਣੀ ਹੈ। ਮੁਸੀਬਤਾਂ ਇੱਥੇ ਵੀ ਨਹੀਂ ਘੱਟ ਹੋਈਆਂ। ਲੈ ਕੇ ਤਾਂ ਇਸ ਕਰਕੇ ਗਈਆਂ ਕਿ ਮਾਂ ਨੂੰ ਤੰਦਰੁਸਤ ਕਰਕੇ ਵਾਪਸ ਲੈ ਕੇ ਆਵਾਂਗੇ, ਪਰ ਮਾਂ ਫੌਤ ਹੋ ਚੁੱਕੀ ਹੈ, ਮ੍ਰਿਤਕ ਐਲਾਨਿਆ ਜਾ ਚੁੱਕਿਆ ਹੈ। ਹੁਣ ਬਜ਼ੁਰਗ ਮਾਂ ਨੂੰ ਵਾਪਸ ਵੀ ਲੈ ਕੇ ਆਉਣਾ ਹੈ, ਗੱਡੀ ਫੇਰ ਨਹੀਂ ਕੋਈ ਮਿਲੀ, ਐਂਬੂਲੈਂਸ ਫੇਰ ਨਹੀਂ ਮਿਲੀ, ਪ੍ਰਬੰਧ ਨਹੀਂ ਹੋਇਆ, ਜਿਸ ਕਰਕੇ ਉਹੀ ਚਾਰੇ ਧੀਆਂ ਫਿਰ ਆਪਣੀ ਮਾਂ ਦੀ ਲਾਸ਼ ਨੂੰ 2 ਘੰਟਿਆਂ ਦੇ ਵਿੱਚ 5 ਕਿਲੋਮੀਟਰ ਆਪਣੇ ਫਿਰ ਮੋਢਿਆਂ ਤੇ ਮੰਜੇ ਤੇ ਚੁੱਕ ਕੇ ਲੈ ਕੇ ਆਈਆਂ ਨੇ, ਤੇ ਨਾਲ ਉਹਨਾਂ ਦਾ ਇੱਕ ਛੋਟਾ ਬੱਚਾ ਵੀ ਉਸ ਵੀਡੀਓ 'ਚ ਨਜ਼ਰ ਆ ਰਿਹਾ ਹੈ। ਇਹ ਘਟਨਾ ਜ਼ਿਲ੍ਹਾ ਰੀਵਾ ਤੇ ਪਿੰਡ ਮਹਿਸੂਆ ਪਿੰਡ ਦੇ ਵਿੱਚ ਵਾਪਰੀ ਹੈ। ਪਤਾ ਲੱਗਿਆ ਕਿ ਮ੍ਰਿਤਕ ਔਰਤ ਜਿਹੜੀ ਪਹਿਲਾਂ ਬਿਮਾਰ ਹੋਈ ਸੀ, 80 ਵਰ੍ਹਿਆਂ ਦੀ ਮੋਲੀਆ ਕੇਵਤ ਸੀ। ਚਾਰੇ ਧੀਆਂ ਨੂੰ ਰਾਏਪੁਰ ਕਰਚੂਲੀਅਨ ਕਮਿਊਨਿਟੀ ਸੈਂਟਰ ਲੈ ਕੇ ਗਈਆਂ ਸੀ। ਡਾਕਟਰਾਂ ਨੇ ਨਬਜ਼ ਦੇਖੀ, ਕਹਿੰਦੇ ਨਾ ਇਹਨਾਂ ਦੀ ਮੌਤ ਹੋ ਚੁੱਕੀ ਹੈ, ਤੇ ਘਰ ਦੇ ਮੈਂਬਰਾਂ ਨੇ CHC ਵਿੱਚ ਡਾਕਟਰਾਂ ਤੋਂ ਪੋਸਟਮਾਰਟਮ ਬਾਰੇ ਪੁੱਛਿਆ ਤਾਂ ਸਾਰਿਆਂ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬਜ਼ੁਰਗ ਦੀ ਲਾਸ਼ ਨੂੰ ਮੰਜੇ ਤੇ ਰੱਖ ਕੇ ਧੀਆਂ ਘਰ ਵੱਲ ਨੂੰ ਤੁਰ ਪਈਆਂ। ਮ੍ਰਿਤਕ ਔਰਤ ਦੀਆਂ 5 ਬੇਟੀਆਂ ਨੇ। ਮ੍ਰਿਤਕ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਇਹ ਇੱਕ ਹੋਰ ਹੈਰਾਨੀਜਨਕ ਪਹਿਲੂ ਹੈ ਇਸ ਖਬਰ ਦਾ। ਜਦੋਂ ਇਹ ਚਾਰੇ ਧੀਆਂ ਆਪਣੀ ਮਾਂ ਦੀ ਲੋਥ ਨੂੰ, ਲਾਸ਼ ਨੂੰ ਲੈ ਕੇ ਵਾਪਸ ਪਰਤ ਰਹੀਆਂ ਸੀ, ਰਸਤੇ ਦੇ ਵਿੱਚ ਇੱਕ ਥਾਣਾ ਵੀ ਆਉਂਦਾ ਹੈ, ਮਦਦ ਉਹਨਾਂ ਨੇ ਵੀ ਨਹੀਂ ਕੀਤੀ। ਸਿਸਟਮ ਇਹਨਾਂ ਦਾ ਤਮਾਸ਼ਾ ਦੇਖਦਾ ਰਿਹਾ। ਬਾਈਕ ਸਵਾਰਾਂ ਨੇ ਲਾਸ਼ ਨੂੰ ਮੰਜੇ ਤੇ ਪਈ ਦੇਖ ਕੇ ਉਹਨਾਂ ਦੀ ਜਾਣਕਾਰੀ ਲਈ ਅਤੇ ਫਿਰ ਵੀਡੀਓ ਬਣਾਈ। ਵੀਡੀਓ ਬਣਾ ਕੇ ਸਿਸਟਮ ਦੀ ਅਸਲੀਅਤ ਵਾਇਰਲ ਕਰ ਦਿੱਤੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਰਾਏਪੁਰ ਕਰਚੂਲੀਅਨ CHC ਵਿੱਚ ਕੋਈ ਗੱਡੀ ਮੌਜੂਦ ਨਹੀਂ, ਤੇ ਲੋਕ ਜ਼ਿਲ੍ਹਾ ਹੈੱਡਕੁਆਟਰ ਤੇ ਭਰੋਸਾ ਕਰਦੇ ਆ। ਜਦੋਂ ਇੱਕ ਸਿਹਤ ਵਿਭਾਗ, ਉਹ ਵੀ ਸੀਨੀਅਰ ਅਧਿਕਾਰੀ ਸੀ, ਉਹਨੂੰ ਪੁੱਛਿਆ ਗਿਆ ਕਿ ਤੁਸੀਂ ਦੱਸੋ ਕਿ ਜ਼ਿਲ੍ਹਾ ਹੈੱਡਕੁਆਟਰ ਤੇ ਲੋਕ ਭਰੋਸਾ ਕਰਦੇ ਆ ਕਿ ਸਾਡਾ ਜੀ ਤੰਦਰੁਸਤ ਹੋ ਕੇ ਵਾਪਸ ਪਰਤੂ, ਨਾ ਤੁਸੀਂ ਮਰੀਜ਼ ਨੂੰ ਘਰੋਂ ਲਿਆਉਣ ਵਾਸਤੇ, ਨਾ ਉਹਨੂੰ ਛੱਡਣ ਵਾਸਤੇ, ਜੇ ਕਿਸੇ ਦੀ ਮੌਤ ਹੋ ਜੇ ਤਾਂ ਨਾ ਛੱਡਣ ਵਾਸਤੇ, ਤੁਹਾਡੇ ਕੋਲ ਗੱਡੀ ਕੋਈ ਹੈ ਨਹੀਂ। ਉਹ ਕਹਿੰਦੇ ਜ਼ਿਲ੍ਹਾ ਹੈੱਡਕੁਆਟਰ ਦੇ ਵਿੱਚ ਸਿਰਫ ਰੈੱਡ ਕਰਾਸ ਦੀ ਗੱਡੀ ਹੁੰਦੀ ਹੈ ਜਿਹੜੀ ਲਾਸ਼ ਨੂੰ ਲੈ ਕੇ ਜਾਂਦੀ ਹੈ ਕਿਸੇ ਦੇ ਘਰ ਤੱਕ। ਸਾਡੇ ਕੋਲੇ ਕਿਸੇ ਲਾਸ਼ ਨੂੰ ਜਾਂ ਕਿਸੇ ਮਰੀਜ਼ ਨੂੰ ਲਿਆਉਣ ਜਾਂ ਉਹਦੇ ਵਾਪਸ ਘਰ ਪਹੁੰਚਾਉਣ ਦਾ ਕੋਈ ਪ੍ਰਬੰਧ ਨਹੀਂ। ਮਰੀਜ਼ ਨੂੰ ਸਿਰਫ ਐਂਬੂਲੈਂਸ ਮੁਹੱਈਆ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਹੁਣ ਤੁਸੀਂ ਦੇਖੋ ਕਿ ਪਹਿਲਾਂ ਸਿਹਤ ਵਿਗੜਨ ਤੇ ਮੋਢਿਆਂ ਤੇ ਚੁੱਕ ਕੇ ਲੈ ਗਿਆ, ਤੇ ਫਿਰ ਲਾਸ਼ ਨੂੰ ਆਪਣੇ ਪੱਧਰ ਤੇ ਘਰ ਲੈ ਕੇ ਆਏ। ਇਹ ਮਹਾਨ ਭਾਰਤ ਦੀਆਂ ਤਸਵੀਰਾਂ ਨੇ। ਹੁਣ ਤੁਸੀਂ ਆਪ ਹਿਸਾਬ ਲਾਓ ਕਿ ਸਾਨੂੰ ਜਿਹੜਾ ਉਹ ਵਿਸਤਾ ਪ੍ਰੋਜੈਕਟ ਬਣ ਰਿਹਾ ਹੈ, ਕਈ ਹਜ਼ਾਰ ਕਰੋੜ ਰੁਪਈਆ ਲੱਗ ਰਿਹਾ ਹੈ। ਜਿਹੜਾ ਪ੍ਰਧਾਨ ਮੰਤਰੀ ਸਾਹਿਬ ਜਹਾਜ਼ ਲਿਆਏ ਨੇ, ਕਈ ਹਜ਼ਾਰ ਕਰੋੜ ਦਾ ਹੈ, ਤੇ ਜਿਹੜੀਆਂ ਅਸੀਂ ਮੂਰਤੀਆਂ ਲਾ ਦਿੱਤੀਆਂ ਕਈ ਹਜ਼ਾਰਾਂ ਕਰੋੜਾਂ ਦੀਆਂ, ਜਿਹੜੇ ਅਸੀਂ ਵਿਗਿਆਪਨ ਮਸ਼ਹੂਰੀਆਂ ਦਿੰਦੇ ਹਾਂ ਕਈ ਹਜ਼ਾਰਾਂ ਕਰੋੜਾਂ ਦੀਆਂ, ਉਹਨਾਂ ਦੀ ਲੋੜ ਹੈ ਜਾਂ ਹਸਪਤਾਲਾਂ ਦੇ ਵਿੱਚ ਐਂਬੂਲੈਂਸਿਸ ਦੀ ਜ਼ਰੂਰਤ ਹੈ। ਇੱਕ ਪਿੰਡ ਨੂੰ ਯਾਰ ਇੱਕ ਐਂਬੂਲੈਂਸ ਦੇ ਦਿਓ। 2 ਲੱਖ ਦੀ ਹੋਣੀ ਹੈ, 4 ਦੀ ਹੋਣੀ ਹੈ, 5 ਦੀ ਹੋਣੀ ਹੈ, 10 ਲੱਖ ਦੀ ਹੋਣੀ ਹੈ। ਇੰਨਾ ਕੁ ਪੈਸਾ ਤਾਂ ਸਰਪੰਚਾਂ ਨੂੰ ਕੱਸ ਦਿਓ। ਜਿਹੜਾ ਗਰੰਟਾਂ 'ਚ ਲੋਕ ਖਾਂਦੇ ਹੈ, ਘੱਟੋ ਘੱਟ ਕਿਸੇ ਨੂੰ ਕਿਸੇ ਦੀ ਜਾਨ ਬਚ ਸਕਦੀ ਹੈ। ਸਮੇਂ ਤੇ ਸਿਹਤ ਵਿਗੜਨ ਤੇ ਐਂਬੂਲੈਂਸ ਹਸਪਤਾਲ ਵੀ ਲੈ ਜਾ ਕਰੂ। ਰੱਬ ਨਾ ਕਰੇ ਕੋਈ ਇਸ ਤਰ੍ਹਾਂ ਦਾ ਪਾਣਾ ਵਾਪਰੇ, ਪਰ ਜੇ ਵਾਪਰ ਜੇ ਤਾਂ ਵਾਪਸ ਲਾਸ਼ ਨੂੰ ਮੋਢਿਆਂ ਤੇ ਚੁੱਕ ਕੇ ਨਹੀਂ ਲਿਆਉਣਾ ਪਊ। ਇਹ ਤਸਵੀਰਾਂ ਪੰਜਾਬ 'ਚੋਂ ਵੀ ਆਉਂਦੀਆਂ ਰਹੀਆਂ ਨੇ। ਆਹ ਤਸਵੀਰਾਂ ਮੱਧ ਪ੍ਰਦੇਸ਼ ਦੀਆਂ ਸੱਚਮੁੱਚ ਮਾੜੀਆਂ ਨੇ। ਅਗਲੀ ਜਿਹੜੀ ਖਬਰ ਹੈ, ਸਿਆਸਤ ਕਿੰਨੀ ਨਿੱਘਰਦੀ ਜਾ ਰਹੀ ਹੈ। ਠੀਕ ਹੈ, ਸਿਆਸੀ ਪੱਧਰ ਤੇ ਤੁਹਾਡੇ ਕਿਸੇ ਨਾਲ ਵਿਚਾਰ ਨਹੀਂ ਰਲਦੇ, ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਹੈ, ਪਰ ਲੋਕਤੰਤਰ ਦੇ ਵਿੱਚ ਕੋਈ ਸਥਾਨ ਨਹੀਂ ਰੱਖਦੀਆਂ ਗੱਲਾਂ। ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਤੇ ਹਮਲਾ ਹੋਇਆ। ਉਸ ਹਮਲੇ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪਹਿਲਾਂ ਕਈ ਟਵੀਟ ਵੀ ਕੀਤੇ ਤੇ ਫਿਰ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ। ਸਿਸੋਦੀਆ ਨੇ ਭਾਜਪਾ ਤੇ ਵੱਡੇ ਦੋਸ਼ ਲਾਏ ਹੈ ਕਿ ਭਾਜਪਾ ਅਰਵਿੰਦ ਕੇਜਰੀਵਾਲ ਦਾ ਕਤਲ ਕਰਵਾਉਣਾ ਚਾਹੁੰਦੀ ਹੈ। ਇਹਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਪੁਲਿਸ ਵੀ ਇਹਦੇ ਨਾਲ ਮਿਲੀ ਹੋਈ ਹੈ, ਮਿਲੀ ਭੁਗਤ ਹੈ ਪੁਲਿਸ ਦੀ। ਉਹਨਾਂ ਕਿਹਾ ਕਿ ਪੁਲਿਸ ਨੇ ਉਹਨਾਂ ਦੰਗਾਕਾਰੀਆਂ ਨੂੰ, ਉਸ ਭੀੜ ਨੂੰ
ਜਿਹੜੀ ਹੜਦੰਗ ਮਚਾ ਰਹੀ ਸੀ, ਹੰਗਾਮੇ ਕਰ ਰਹੀ ਸੀ, ਰੋਕਣਾ ਤਾਂ ਕੀ ਸੀ। ਰੋਕਣ ਦੀ ਬਜਾਏ ਉਹਨਾਂ ਨੇ ਇਹ ਸ਼ਬਦ ਵਰਤਿਆ ਕਿ ਭਾਜਪਾ ਦੇ ਗੁੰਡਿਆਂ ਨੂੰ ਉਹ ਕੇਜਰੀਵਾਲ ਦੇ ਘਰ ਤੱਕ ਨਾਲ ਲੈ ਕੇ ਗਏ। ਅਸਲ ਦੇ ਵਿੱਚ ਉਹ ਕਹਿੰਦੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਉਹਨਾਂ ਤੋਂ ਜਰੀ ਨਹੀਂ ਜਾਂਦੀ, ਭਾਜਪਾ ਬੁਖਲਾ ਗਈ ਹੈ ਅਤੇ ਉਹਨਾਂ ਦੇ ਵਰਕਰ ਇੱਕੋ ਜਿਹੀਆਂ ਹਰਕਤਾਂ ਕਰ ਰਹੇ ਹੈ। ਉਹਨਾਂ ਕਿਹਾ ਕਿ ਇਹਨਾਂ ਗੁੰਡਿਆਂ ਦੇ ਤੁਸੀਂ ਦੇਖੋ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਕਿ ਗੁੰਡਿਆਂ ਨੇ ਪੁਲਿਸ ਦੇ ਹੁੰਦੇ ਹੋਏ ਕੇਜਰੀਵਾਲ ਦੇ ਘਰ ਦੇ CCTV ਕੈਮਰੇ ਤੋੜੇ, ਸਿਕਿਉਰਿਟੀ ਬੈਰੀਅਰ ਤੋੜੇ, ਗੇਟ ਤੇ ਲੱਗੇ ਬੂਮ ਬੈਰੀਅਰ ਤੋੜੇ। ਪਰ ਕਹਿੰਦੇ ਆਮ ਆਦਮੀ ਪਾਰਟੀ ਦਾ ਸਫ਼ਰ ਇੰਜ ਰੁਕਣਾ ਨਹੀਂ, ਇਹ ਰੁਕਣ ਵਾਲਾ ਨਹੀਂ। ਭਾਜਪਾ ਜੋ ਕਰਨਾ ਚਾਹੁੰਦੀ ਹੈ ਕਰ ਲਵੇ। ਸਸੋਦੀਆ ਨੇ ਕਿਹਾ ਕਿ ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਤੇ ਹਮਲਾ ਕਰਕੇ ਉਹਨਾਂ ਦੇ ਕਤਲ ਦੀ ਸਾਜ਼ਿਸ਼ ਨੂੰ ਦੇਸ਼ ਬਰਦਾਸ਼ਤ ਨਹੀਂ ਕਰੇਗਾ। ਦੱਸਣਾ ਬਣਦਾ ਕਿ ਭਾਰਤੀ ਜਨਤਾ ਯੂਥ ਮੋਰਚਾ ਦੇ ਵਰਕਰ ਕੇਜਰੀਵਾਲ ਦੇ ਘਰ ਤੇ ਪਹੁੰਚੇ। ਦਾ ਕਸ਼ਮੀਰ ਫਾਈਲਸ ਨੂੰ ਲੈ ਕੇ ਉਹਨਾਂ ਨੇ ਕੁਝ ਟਿੱਪਣੀਆਂ ਦਿੱਤੀਆਂ ਸੀ, ਉਹਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਸੀ। ਪ੍ਰਦਰਸ਼ਨ ਕੀਤਾ ਜਾ ਸਕਦਾ ਹੈ, ਲੋਕਤੰਤਰ ਕਹਿੰਦਾ ਹੈ ਕਿ ਪ੍ਰਦਰਸ਼ਨ ਕਰੋ। ਪਰ ਉਹਨਾਂ ਦੇ ਰਾਸ਼ਟਰੀ ਸਕੱਤਰ ਤਜਿੰਦਰ ਸਿੰਘ ਬੱਗਾ ਨੇ ਆਹ ਘਟਨਾਕ੍ਰਮ ਤੋਂ ਇੱਕ ਦਿਨ ਪਹਿਲਾਂ ਭਾਵ ਮੰਗਲਵਾਰ ਨੂੰ ਇੱਕ ਟਵੀਟ ਕੀਤਾ ਸੀ ਅਤੇ ਟਵੀਟ ਤੇ ਦੱਸਿਆ ਸੀ ਕਿ ਉਹ ਪ੍ਰਦਰਸ਼ਨ ਕਰਨਗੇ। ਪ੍ਰਦਰਸ਼ਨ ਕੀਤਾ ਜਾ ਸਕਦਾ ਹੈ, ਪਰ ਆ ਜੋ ਕੀਤਾ ਹੈ ਇਹਦਾ ਕੋਈ ਸਥਾਨ ਨਹੀਂ। ਦੱਸਣਾ ਬਣਦਾ ਕਿ ਫਿਰ ਬੁੱਧਵਾਰ ਦੇ ਸਵੇਰ ਦੇ ਤਕਰੀਬਨ 11:30 ਵਜੇ ਸੀ। ਭਾਰਤੀ ਜਨਤਾ ਯੂਥ ਮੋਰਚਾ ਦੇ ਲਗਭਗ 150 ਤੋਂ 200 ਪ੍ਰਦਰਸ਼ਨਕਾਰੀ ਹੋਣਗੇ ਜਿਹੜੇ ਕੇਜਰੀਵਾਲ ਦੇ ਘਰ ਦੇ ਨੇੜੇ ਲਿੰਕ ਰੋਡ ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕਰਦੇ ਆ। ਕਰੀਬ ਦੁਪਹਿਰ ਦਾ 1:00 ਵੱਜਦਾ ਹੈ। 1:00 ਵਜੇ ਦੇ ਨੇੜੇ ਤੇੜੇ ਫਿਰ ਇਹ ਪ੍ਰਦਰਸ਼ਨਕਾਰੀ ਬੈਰੀਕੇਡ ਤੋੜਦੇ ਹੋਏ ਕੇਜਰੀਵਾਲ ਦੇ ਨਿਵਾਸ ਸਥਾਨ ਤੇ ਪਹੁੰਚਦੇ ਆ। ਜੰਮ ਕੇ ਨਾਅਰੇਬਾਜ਼ੀ ਕਰਦੇ ਆ, ਹੁੱਲੜਬਾਜ਼ੀ ਕਰਦੇ ਆ, ਹੜਦੰਗ ਮਚਾਉਂਦੇ ਆ ਤੇ ਪ੍ਰਦਰਸ਼ਨਕਾਰੀ ਆਪਣੇ ਨਾਲ ਭਗਵਾਂ ਰੰਗ ਵੀ ਲੈ ਕੇ ਗਏ ਸੀ। ਕੇਜਰੀਵਾਲ ਦੇ ਜਿਹੜੇ ਘਰ ਦਾ ਮੁੱਖ ਗੇਟ ਹੈ ਉਹਦੇ ਉੱਤੇ ਫਿਰ ਭਗਵਾਂ ਰੰਗ ਵੀ ਉਹਨਾਂ ਨੇ ਕੀਤਾ। ਇਸ ਹੰਗਾਮੇ ਵਿੱਚ ਉਹਨਾਂ ਨੇ ਬੂਮ ਬੈਰੀਅਰ ਵੀ ਤੋੜੇ ਤੇ CCTV ਕੈਮਰੇ ਵੀ ਤੋੜੇ। ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਜਰੀਵਾਲ ਦੀ ਰਿਹਾਇਸ਼ ਤੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿਹੜਾ ਇਹ ਹਮਲਾ ਹੋਇਆ ਉਹਨੂੰ ਕਾਇਰਤਾਪੂਰਨ ਦੱਸਿਆ। ਭਗਵੰਤ ਮਾਨ ਨੇ ਆਖਿਆ ਕਿ ਇਹ ਨਜ਼ਰ ਆ ਰਿਹਾ ਹੈ ਕਿ ਭਾਜਪਾ ਹੁਣ ਆਮ ਆਦਮੀ ਪਾਰਟੀ ਤੋਂ ਡਰ ਗਈ ਹੈ, ਜਦੋਂ ਕਿ ਦੂਸਰੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਡਰਾਮਾ ਕਰ ਰਹੀ ਹੈ ਅਤੇ ਖੁਦ ਨੂੰ ਪੀੜਤ ਦਿਖਾ ਰਹੀ ਹੈ, ਲੋਕਾਂ ਦੀ ਹਮਦਰਦੀ ਵਸੂਲਣਾ ਚਾਹੁੰਦੀ ਹੈ। ਹੁਣ ਅਸਲੋਂ ਟਿੱਪਣੀਆਂ ਕਿਹੜੀਆਂ ਨੇ ਮੈਂ ਉਹ ਵੀ ਦੱਸਣਾ ਚਾਹੁੰਦਾ, ਜਿਹਦੇ ਤੋਂ ਭਾਰਤੀ ਜਨਤਾ ਯੂਥ ਮੋਰਚਾ ਵਾਲਿਆਂ ਨੂੰ ਗੁੱਸਾ ਆਇਆ। ਕੇਜਰੀਵਾਲ ਨੇ ਕਿਹਾ ਸੀ ਕਿ ਤੁਸੀਂ ਕਹਿੰਦੇ ਹੋ ਦਿੱਲੀ ਦੇ ਵਿੱਚ ਟੈਕਸ ਫ੍ਰੀ ਕਰ ਦਿਓ ਤਾਂ ਕਿ ਤੁਸੀਂ ਕਹਿੰਦੇ ਹੋ ਕਿ ਲੋਕ ਉਸ ਨੂੰ ਵੱਧ ਤੋਂ ਵੱਧ ਵੇਖ ਲੈਣ। ਉਹ ਕਹਿੰਦੇ ਸੀ ਭਾਈ ਜੇ ਘਰ ਘਰ ਪਹੁੰਚਾਉਣੀ ਚਾਹੁੰਦੇ ਹੋ ਤਾਂ ਇਹਨੂੰ YouTube ਤੇ ਚਾੜ ਦਿਓ, ਹਰ ਕੋਈ ਦੇਖ ਲੂ। ਫਿਰ ਉਹਨਾਂ ਨੂੰ ਪੁੱਛ ਲਿਆ ਸੀ ਇੱਕ ਮੁਲਾਕਾਤ ਵਿੱਚ, ਜੇ ਤੁਸੀਂ ਹੁੰਦੇ ਤਾਂ ਤੁਸੀਂ ਕੀ ਕਰਦੇ ਹੋ? ਕਹਿੰਦੇ ਮੈਂ ਫਿਲਮ ਨਾ ਬਣਾਉਂਦਾ, ਮੈਂ ਉਹਨਾਂ ਲੋਕਾਂ ਦੀ ਜਾ ਕੇ ਸਾਰ ਲੈਂਦਾ ਜਿਨ੍ਹਾਂ ਦੀਆਂ ਇਹ ਦੁੱਖ ਤਕਲੀਫਾਂ ਨੇ, ਮੈਂ ਉਹਨਾਂ ਦਾ ਮੁੜ ਵਸੇਬਾ ਕਰਦਾ। ਉਹ ਕਹਿੰਦੇ ਉਹਨਾਂ ਨੂੰ ਫਿਲਮਾਂ ਨਹੀਂ ਚਾਹੀਦੀਆਂ, ਉਹਨਾਂ ਨੂੰ ਮੁੜ ਵਸੇਬਾ ਚਾਹੀਦਾ, ਉਹਨਾਂ ਨੂੰ ਮਦਦ ਚਾਹੀਦੀ ਹੈ। ਹੁਣ ਆਹ ਗੱਲਾਂ ਚੁੱਭ ਗਈਆਂ ਨੇ ਭਾਰਤੀ ਜਨਤਾ ਪਾਰਟੀ ਨੂੰ, ਕਿਉਂਕਿ ਇਹਦਾ ਵੱਡੇ ਪੱਧਰ ਤੇ ਪ੍ਰਚਾਰ ਕਰ ਰਹੇ ਨੇ ਦਾ ਕਸ਼ਮੀਰ ਫਾਈਲਸ ਦਾ। ਔਰ ਜਿਹੜੇ ਬੰਦੇ ਦੇਖ ਕੇ ਆਏ ਨੇ ਉਹ ਕਹਿੰਦੇ ਨੇ ਸਰਕਾਰ ਦੀ ਬੋਲੀ ਬੋਲਦੀ ਹੈ ਫਿਲਮ। ਹੁਣ ਅਗਲੀ ਜਿਹੜੀ ਖਬਰ ਹੈ, ਬੀਤੀ 27 ਤਰੀਕ ਨੂੰ 27 ਮਾਰਚ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਆਏ ਸੀ ਚੰਡੀਗੜ੍ਹ। ਚੰਡੀਗੜ੍ਹ ਦੇ ਵਿੱਚ ਇੱਕ ਨਵਾਂ ਐਲਾਨ ਕਰਕੇ ਭਸੂੜੀ ਪਾ ਕੇ ਚਲੇ ਗਏ ਸੀ ਕਿ ਚੰਡੀਗੜ੍ਹ ਦੇ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਹੋਣਗੇ। ਇਸ ਐਲਾਨ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਛੱਡ ਕੇ ਪੰਜਾਬ ਦੀਆਂ ਸਾਰੀਆਂ ਸਿਆਸੀ ਧਿਰਾਂ ਨੇ ਅਤੇ ਪੰਜਾਬ ਦੇ ਜਾਗਰੂਕ ਲੋਕਾਂ ਨੇ ਇਹਦਾ ਵਿਰੋਧ ਕੀਤਾ। ਪਰ ਹੁਣ ਜਾਣਕਾਰੀ ਮਿਲ ਰਹੀ ਹੈ ਕਿ ਕੇਂਦਰੀ ਸਿਵਲ ਸੇਵਾ ਨਿਯਮ ਲਾਗੂ ਕਰਨ ਦੇ ਵਾਸਤੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਯਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਇਹਨਾਂ ਨਿਯਮਾਂ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਕਰਮਚਾਰੀ ਨਿਯਮ 2022 ਆਖਿਆ ਗਿਆ ਹੈ, ਜੋ ਕਿ 1 ਅਪ੍ਰੈਲ 2022 ਤੋਂ ਲਾਗੂ ਹੋ ਜਾਣਗੇ। ਕੇਂਦਰੀ ਸੇਵਾ ਨਿਯਮ ਲਾਗੂ ਹੋਣ ਦੇ ਨਾਲ ਚੰਡੀਗੜ੍ਹ ਦੇ ਮੁਲਾਜ਼ਮਾਂ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵੱਧ ਕੇ 60 ਸਾਲ ਹੋ ਜਾਣੀ ਹੈ, ਜਦਕਿ ਸਿੱਖਿਆ ਖੇਤਰ ਦੇ ਨਾਲ ਜੁੜੇ ਸਾਰੇ, ਭਾਵੇਂ ਉਹ ਅਧਿਆਪਕ ਨੇ ਭਾਵੇਂ ਹੋਰ ਸਟਾਫ ਹੈ, ਉਹਨਾਂ ਦੀ ਸੇਵਾ ਮੁਕਤੀ ਇਹ ਜਿਹੜੀ ਉਮਰ ਹੈ ਵੱਧ ਕੇ 65 ਵਰ੍ਹੇ ਹੋ ਜਾਣੀ ਹੈ। ਮਹਿਲਾ ਮੁਲਾਜ਼ਮਾਂ ਨੂੰ ਪੰਜਾਬ ਦੇ ਨਿਯਮਾਂ ਦੇ ਅਨੁਸਾਰ ਬੱਚੇ ਦੀ ਦੇਖਭਾਲ ਵਾਸਤੇ ਭਾਵ ਮੈਟਰਨਿਟੀ ਲੀਵ 1 ਸਾਲ ਦੀ ਮਿਲਦੀ ਸੀ, ਪਰ ਹੁਣ ਇਹ 2 ਸਾਲ ਦੀ ਹੋਇਆ ਕਰੇਗੀ। ਚੰਡੀਗੜ੍ਹ ਵਿੱਚ ਕੇਂਦਰੀ ਸੇਵਾ ਨਿਯਮ ਲਾਗੂ ਹੋਣ ਦੇ ਕਾਰਨ ਸਿਆਸੀ ਵਿਵਾਦ ਮੁਕੰਮਲ ਤੌਰ ਤੇ ਭਖਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਪਾਰਟੀ, ਸਾਰੀਆਂ ਪਾਰਟੀਆਂ ਦਾ ਖੁੱਲ੍ਹ ਕੇ ਵਿਰੋਧ ਕਰ ਰਹੀਆਂ ਨੇ।
ਪੰਜਾਬ ਦੀਆਂ ਸਿਆਸੀ ਪਾਰਟੀਆਂ ਦਾ ਵਿਰੋਧ ਕੇਂਦਰ ਸਰਕਾਰ ਨੇ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਹੈ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ 1 ਅਪ੍ਰੈਲ ਤੋਂ ਇਹ ਨਿਯਮ ਲਾਗੂ ਕਰਨ ਦੇ ਵਾਸਤੇ ਆਲਰੇਡੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਹੱਕ ਤੇ ਸਿੱਧਾ ਡਾਕਾ ਮੈਂ ਬੀਤੇ ਦਿਨੀ ਦੱਸਿਆ ਸੀ ਕਿ ਚੰਡੀਗੜ੍ਹ ਕਿਉਂ ਵਸਿਆ। ਚੰਡੀਗੜ੍ਹ ਵਸਾਉਣ ਵਾਸਤੇ ਪੰਜਾਬ ਦੇ ਕਿੰਨੇ ਹੀ ਪਿੰਡ ਉਜਾੜੇ ਗਏ ਅਤੇ ਪੰਜਾਬ ਦੇ ਵਿੱਚ ਲੋਕ ਕੀ ਸੋਚਦੇ ਨੇ, ਕੀ ਮਹਿਸੂਸ ਕਰਦੇ ਨੇ, ਉਹਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਗਿਆ। ਔਰ ਇਹ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਭਾਰਤ ਦੇ ਕਈ ਰਾਸ਼ਟਰਪਤੀ ਵਾਰ-ਵਾਰ ਜਦੋਂ ਵੀ ਕਦੇ ਚੰਡੀਗੜ੍ਹ ਦੀ ਗੱਲ ਚੱਲਦੀ ਸੀ ਅਕਸਰ ਕਹਿੰਦੇ ਰਹੇ ਕਿ ਚੰਡੀਗੜ੍ਹ ਪੰਜਾਬ ਦਾ ਹੈ। ਅਤੇ ਜਦੋਂ ਪੰਜਾਬ ਪੁਨਰਗਠਨ ਐਕਟ ਵੀ ਲਾਗੂ ਕੀਤਾ ਗਿਆ ਤਾਂ ਉਹਦੇ ਵਿੱਚ ਵੀ ਜ਼ਿਕਰ ਹੈ ਕਿ 60-40 ਦਾ ਅਨੁਪਾਤ ਚੰਡੀਗੜ੍ਹ ਵਿੱਚ ਰਹੇਗਾ ਤੇ ਚੰਡੀਗੜ੍ਹ ਦੇ ਵਿੱਚ ਵੱਧ ਅਧਿਕਾਰ ਪੰਜਾਬ ਦੇ ਸੀ, ਪਰ ਇੱਕ ਇੱਕ ਕਰਕੇ ਉਹ ਖੋਹੇ ਜਾ ਰਹੇ ਹੈ। ਸੱਚਮੁੱਚ ਚਿੰਤਾ ਦਾ ਵਿਸ਼ਾ ਹੈ। ਅਗਲੀ ਜਿਹੜੀ ਖਬਰ ਹੈ ਪੀਟੀਸੀ ਦੇ ਵਾਸਤੇ, ਉਹਨਾਂ ਦੇ ਖਿਲਾਫ ਇੱਕ ਵੱਡੀ ਮੰਗ ਉੱਠ ਖੜੀ ਹੈ ਤੇ ਉਹਨਾਂ ਵਾਸਤੇ ਇਹ ਚੰਗੀ ਖਬਰ ਨਹੀਂ। ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਇੱਕ ਮੁਟਿਆਰ ਸੁੰਦਰਤਾ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਗਈ ਸੀ। ਉਹਦੇ ਵੱਲੋਂ ਪੀਟੀਸੀ ਚੈਨਲ ਦੇ ਕੁਝ ਅਧਿਕਾਰੀਆਂ ਦੇ ਖਿਲਾਫ ਮੋਹਾਲੀ ਦੇ ਇੱਕ ਥਾਣੇ ਦੇ ਵਿੱਚ ਪਰਚਾ ਦਰਜ ਕਰਵਾ ਦਿੱਤਾ ਸੀ। ਔਰ ਪਰਚਾ ਵੀ ਦਰਜ ਬਹੁਤ ਮੁਸੀਬਤ ਤੇ ਦਿੱਕਤ ਦੇ ਨਾਲ ਹੋਇਆ ਸੀ। ਉਸ ਮੁਟਿਆਰ ਦੇ ਪਿਤਾ ਜੀ ਨੂੰ ਹਾਈ ਕੋਰਟ ਤੱਕ ਦਾ ਦਰਵਾਜ਼ਾ ਖੜਕਾਉਣਾ ਪਿਆ ਸੀ। ਹੁਣ ਪੀਟੀਸੀ ਦੇ ਖਿਲਾਫ ਇਸ ਮਸਲੇ ਤੋਂ ਬਾਅਦ ਵੱਡੀ ਮੁਹਿੰਮ ਭਖ ਗਈ ਹੈ। ਕੁਝ ਧਾਰਮਿਕ ਆਗੂ ਵੀ ਨੇ ਤੇ ਕੁਝ ਸਿਆਸੀ ਆਗੂ ਵੀ ਨੇ। ਉਹ ਮੰਗ ਕਰ ਰਹੇ ਨੇ ਕਿ ਪੀਟੀਸੀ ਦੇ ਉੱਤੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਤੋਂ ਚੱਲਦਾ ਹੈ, ਇਹ ਰੋਕਿਆ ਜਾਵੇ। ਅਤੇ ਇਹ ਮੰਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚ ਗਈ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ, ਇੱਕ ਪੱਤਰ ਲਿਖਿਆ ਕਿ ਇਸ ਚੈਨਲ ਤੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਜਿਹੜਾ ਹੋ ਰਿਹਾ ਦਰਬਾਰ ਸਾਹਿਬ ਤੋਂ, ਉਹ ਤੇ ਰੋਕ ਲਗਾਈ ਜਾਵੇ। ਜਥੇਦਾਰ ਸਾਹਿਬ ਨੂੰ ਚੇਤੇ ਕਰਵਾਇਆ ਗਿਆ ਕਿ ਪਾਵਨ ਸਰੂਪਾਂ ਦੀ ਬੇਅਦਬੀ ਦੇ ਦੋਸ਼ ਵੀ ਬਾਦਲ ਪਰਿਵਾਰ ਤੇ ਲੱਗੇ ਨੇ। ਉਹਨਾਂ ਦੀ ਸਰਕਾਰ ਨੇ ਗੁਨਾਹਗਾਰਾਂ ਦੇ ਵਿਰੁੱਧ ਕੋਈ ਕਾਰਵਾਈ ਵੀ ਨਹੀਂ ਕੀਤੀ। ਕਾਰਵਾਈ ਨਾ ਕਰਨ ਦੀ ਦੂਸਰੇ ਪਾਸੇ ਕੀਤਾ ਕੀ, ਦੋਸ਼ ਤਾਂ ਲੱਗੀ ਹੈ, ਡੇਰਾ ਮੁਖੀ ਨੂੰ ਕਹਿੰਦੇ ਰਾਹਤ ਦਿੱਤੀ। ਤੇ ਹੁਣ ਪੀਟੀਸੀ ਚੈਨਲ ਦੇ ਪ੍ਰਬੰਧਕਾਂ ਦੇ ਵਿਰੁੱਧ ਸੰਗੀਨ ਦੋਸ਼ ਲੱਗੇ ਨੇ ਕਿ ਸੁੰਦਰਤਾ ਮੁਕਾਬਲੇ ਦੇ ਨਾਮ ਤੇ, ਮਿਸ ਪੰਜਾਬਣ ਦੇ ਨਾਮ ਤੇ ਉਹਦੇ ਵਿੱਚ ਸ਼ਾਮਲ ਹੋ ਰਹੀਆਂ ਮੁਟਿਆਰਾਂ ਨੂੰ ਅਸਲ ਦੇ ਵਿੱਚ ਸ਼ੋਸ਼ਣ ਕੀਤਾ ਜਾਂਦਾ ਹੈ। ਸੈਕਸ ਸਕੈਂਡਲ ਦੇ ਦੋਸ਼ ਲੱਗੇ ਨੇ। ਬੇਹੱਦ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਤੇ ਇਹਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਜਾਣੇ ਚਾਹੀਦੇ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਇਸਤਰੀ ਵਿੰਗ ਦੇ ਸਰਪ੍ਰਸਤ ਅਤੇ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ, ਉਹਨਾਂ ਨੇ ਵੀ ਪੀਟੀਸੀ ਦੇ ਵੱਲੋਂ ਕਰਵਾਏ ਜਾ ਰਹੇ ਮਿਸ ਪੰਜਾਬਣ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੀ ਇਸੇ ਪੀੜਤ ਮੁਟਿਆਰ ਨੂੰ ਆਧਾਰ ਬਣਾ ਕੇ ਜਿਹੜਾ ਪੀਟੀਸੀ ਦੇ ਪ੍ਰਬੰਧਕਾਂ ਦੇ ਖਿਲਾਫ ਦਰਜ ਕੀਤਾ ਮਾਮਲਾ ਹੈ, ਉਹਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਦੋਸ਼ੀਆਂ ਦੇ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਇਹਦੇ ਨਾਲ ਹੀ ਉਹਨਾਂ ਨੇ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੀੜਤ ਮੁਟਿਆਰ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਆ ਵੀ ਦੇਣ। ਉਹਨਾਂ ਇਹ ਵੀ ਆਖਿਆ ਕਿ ਇਹ ਬੇਹੱਦ ਸ਼ਰਮਨਾਕ ਘਟਨਾ ਹੈ ਜਿਸ ਦੇ ਵਿੱਚ ਇੱਕ ਲੜਕੀ ਨੂੰ ਕਈ ਦਿਨ ਜ਼ਬਰਦਸਤੀ ਕਮਰੇ ਦੇ ਵਿੱਚ ਬੰਦ ਰੱਖਿਆ ਗਿਆ। ਵਾਰ-ਵਾਰ ਉਹਦੇ ਕਹਿਣ ਤੇ ਉਹਦੇ ਮਾਪਿਆਂ ਦੇ ਨਾਲ ਗੱਲ ਨਾ ਕਰਵਾਈ ਗਈ। ਇੱਥੋਂ ਤੱਕ ਵੀ ਉਸ ਮੁਟਿਆਰ ਦਾ ਕਹਿਣਾ ਹੈ ਕਿ ਉਹਨਾਂ ਬਾਕੀ ਲੜਕੀਆਂ ਨੂੰ ਵੀ ਪਾਣੀ ਦੇ ਵਿੱਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਦਿੱਤਾ। ਇਹਦੇ ਤੋਂ ਇਲਾਵਾ ਦੋਸ਼ ਇਹ ਵੀ ਲੱਗਿਆ ਕਿ ਅਸਰ ਰਸੂਖ ਰੱਖਣ ਵਾਲੇ ਲੋਕਾਂ ਕੋਲ ਉਹਨਾਂ ਨੂੰ ਪਰੋਸਿਆ ਵੀ ਜਾਂਦਾ ਹੈ, ਦੇਹ ਵਪਾਰ ਲਈ ਮਜਬੂਰ ਵੀ ਕੀਤਾ ਜਾਂਦਾ ਹੈ। ਇਹ ਬਹੁਤ ਵੱਡੇ ਤੇ ਸੰਗੀਨ ਦੋਸ਼ ਨੇ। ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੁੰਦਰਤਾ ਮੁਕਾਬਲਿਆਂ ਦੇ ਨਾਮ ਤੇ ਸਾਡੀਆਂ ਧੀਆਂ ਦਾ, ਭੈਣਾਂ ਦਾ ਸ਼ੋਸ਼ਣ ਨਾ ਹੋਵੇ ਤੇ ਸ਼ੋਸ਼ਣ ਕਰਨ ਵਾਲਿਆਂ ਦਾ ਸੱਚ ਸਾਹਮਣੇ ਆ ਸਕੇ। ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਦੇ ਵਿੱਚ ਵੀ ਇਹ ਮੁੱਦਾ ਗੂੰਜਿਆ। ਉੱਥੇ ਵੀ ਮੁੱਦਾ ਭਖਿਆ। ਕਈ ਮੈਂਬਰਾਂ ਨੇ ਗੁਰਬਾਣੀ ਦੇ ਪ੍ਰਸਾਰਣ ਦੇ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਇੱਕ ਚੈਨਲ ਬਣਾਉਣਾ ਚਾਹੀਦਾ, ਇਹਦੀ ਮੰਗ ਕੀਤੀ। ਜਥੇਦਾਰ ਸਾਹਿਬ ਨੇ ਆਖਿਆ ਕਿ ਉਹਨਾਂ ਨੂੰ ਇਸ ਨਿੱਜੀ ਚੈਨਲ ਦੇ ਖਿਲਾਫ ਸ਼ਿਕਾਇਤਾਂ ਲਗਾਤਾਰ ਮਿਲ ਰਹੀਆਂ ਨੇ। ਭਾਵੇਂ ਉਹਨਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਲੋਕ ਮੰਗ ਕਰ ਰਹੇ ਨੇ ਕਿ ਪੀਟੀਸੀ ਦੇ ਉੱਤੋਂ ਗੁਰਬਾਣੀ ਦਾ ਪ੍ਰਸਾਰਣ ਰੋਕਿਆ ਜਾਵੇ। ਉਹਨਾਂ ਨੇ ਪਰ ਇਹਦਾ ਜ਼ਿਕਰ ਤਾਂ ਨਹੀਂ ਕੀਤਾ, ਪਰ ਉਹਨਾਂ ਨੇ ਮੈਂਬਰਾਂ ਦੀ ਮੰਗ ਨੂੰ ਕਬੂਲਦਿਆਂ ਸ਼੍ਰੋਮਣੀ ਕਮੇਟੀ ਨੂੰ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦੇ ਵਾਸਤੇ ਆਪਣਾ ਇੱਕ ਚੈਨਲ ਬਣਾਉਣ ਦੇ ਹੁਕਮ ਦਿੱਤੇ ਹੈ।
ਪਰ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਜੇਕਰ ਗੁਰਬਾਣੀ ਦੇ ਪ੍ਰਸਾਰਣ ਦੇ ਵਾਸਤੇ ਨਿੱਜੀ ਚੈਨਲ ਸਥਾਪਿਤ ਕਰਨਾ ਹੋਵੇ ਤਾਂ ਲਗਭਗ 200 ਕਰੋੜ ਰੁਪਏ ਦੀ ਲੋੜ ਹੈ। ਪਰ ਇਸ ਵਕਤ ਸ਼੍ਰੋਮਣੀ ਕਮੇਟੀ ਵਿੱਤੀ ਸੰਕਟ ਦੇ ਵਿੱਚੋਂ ਲੰਘ ਰਹੀ ਹੈ। ਹੁਣ ਵਿੱਤੀ ਇਜਲਾਸ ਦੇ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਪੀਟੀਸੀ ਦੇ ਪ੍ਰਬੰਧਕਾਂ ਦੇ ਖਿਲਾਫ ਕੇਸ ਦਰਜ ਹੋ ਗਿਆ ਹੈ। ਦੋਸ਼ ਬੜੇ ਗੰਭੀਰ ਲੱਗੇ ਨੇ। ਜਿਨ੍ਹਾਂ ਵਿਅਕਤੀਆਂ ਦੇ ਖਿਲਾਫ FIR ਦਰਜ ਹੋਈ ਹੈ, ਜਿੰਨਾ ਚਿਰ ਕਹਿੰਦੇ ਉਹ ਵਿਅਕਤੀਆਂ ਦੇ ਖਿਲਾਫ ਕੋਈ ਫੈਸਲਾ ਨਹੀਂ ਆ ਜਾਂਦਾ ਗੁਰਬਾਣੀ ਪ੍ਰਸਾਰਣ ਤੇ ਰੋਕ ਲੱਗੇ। ਤੇ ਨਾਲ ਉਹਨਾਂ ਨੇ ਇਹ ਵੀ ਆਖਿਆ ਕਿ ਜਿਨ੍ਹਾਂ ਨੇ ਇਹ ਗੁਰਬਾਣੀ ਪ੍ਰਸਾਰਣ ਵਾਲੇ ਸਮਝੌਤੇ ਤੇ ਦਸਤਖਤ ਕੀਤੇ ਹੋਏ ਨੇ, ਜਿਨ੍ਹਾਂ ਦੇ ਉੱਤੇ ਦੋਸ਼ ਲੱਗੇ ਨੇ, ਇਸ ਕਰਕੇ ਇਹ ਪ੍ਰਸਾਰਣ ਫੌਰਨ ਬੰਦ ਕੀਤਾ ਤੇ ਕਰਵਾਇਆ ਜਾਵੇ। ਇਹ ਮੰਗ ਤਾਂ ਵੈਸੇ ਬਹੁਤ ਲੰਬੇ ਸਮੇਂ ਤੋਂ ਉੱਠਦੀ ਹੈ, ਪਰ ਮੈਨੂੰ ਸਮਝ ਨਹੀਂ ਆਉਂਦੀ 200 ਕਰੋੜ ਰੁਪਏ ਦਾ ਜ਼ਿਕਰ ਕਰਦੇ ਆ ਕਿ 200 ਕਰੋੜ ਰੁਪਈਆ ਲੱਗਣਾ ਹੈ ਜੇ ਚੈਨਲ ਬਣਾਉਣਾ ਹੈ। YouTube ਚੈਨਲ ਬਣਾ ਲਓ, ਕਿੰਨਾ ਕੁ ਵੱਡਾ ਕੰਮ ਹੈ। ਤੁਸੀਂ ਸ਼ੁਰੂਆਤ ਤਾਂ ਕਰੋ, ਹੌਲੀ ਹੌਲੀ ਵੱਡੇ ਪੈਮਾਨੇ ਤੇ ਪਹੁੰਚ ਜਾਏਗਾ। ਉਹ ਗੱਲਾਂ ਗਈਆਂ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਹੁਣ ਸੱਚਮੁੱਚ ਇੰਨੇ 100 ਕਰੋੜ ਰੁਪਏ ਇੱਕ ਚੈਨਲ ਬਣਾਉਣ ਤੇ ਨਹੀਂ ਲੱਗਣੇ। ਤੁਸੀਂ ਸਿਰਫ ਦਰਬਾਰ ਸਾਹਿਬ ਤੋਂ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨਾ ਹੈ। ਤੁਸੀਂ ਪਿੰਡਾਂ ਦੇ ਵਿੱਚ ਰਿਪੋਰਟਰ ਨਹੀਂ ਰੱਖਣੇ, ਤੁਸੀਂ ਨਿਊਜ਼ ਟੀਮ ਨਹੀਂ ਰੱਖਣੀ, ਤੁਸੀਂ ਆਲੇ ਦੁਆਲੇ ਜਾ ਕੇ ਉੱਥੋਂ ਲਾਈਵ ਕੰਮ ਕਰਨ ਵਾਲਾ ਸਿਸਟਮ ਨਹੀਂ ਲੈ ਕੇ ਆਉਣਾ। ਸਿਰਫ ਦਰਬਾਰ ਸਾਹਿਬ ਦੇ ਵਿੱਚ ਇਕਵਿਪਮੈਂਟ ਲਾਉਣੇ ਹੈ। 200 ਕਰੋੜ ਤੁਸੀਂ ਕਹਿੰਦੇ ਹੋ, ਮੈਂ ਤੁਹਾਨੂੰ ਐਗਜ਼ੈਕਟ ਫਿਗਰ ਤਾਂ ਨਹੀਂ ਦੇ ਸਕਦਾ ਕਿਉਂਕਿ ਤੁਹਾਡੇ ਹੱਥ ਪ੍ਰਬੰਧ ਹੈ, ਪਰ ਇਹਦੇ ਵਾਸਤੇ 10 ਕਰੋੜ ਵੀ ਜ਼ਿਆਦਾ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਦਰਬਾਰ ਸਾਹਿਬ ਦੇ ਵਿੱਚੋਂ ਸੁਹਿਰਤਾ ਦੇ ਨਾਲ ਪ੍ਰੋਗਰਾਮ ਚੱਲਣਾ, ਮੈਂ ਕਹਿੰਦਾ 1 ਕਰੋੜ ਰੁਪਈਆ ਵੀ ਜ਼ਿਆਦਾ ਹੈ। ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿਵੇਂ ਵਿੱਤੀ ਪ੍ਰਬੰਧਾਂ ਦੇ ਵਿੱਚ ਬੇਨਿਯਮੀਆਂ ਹੁੰਦੀਆਂ ਨੇ। ਜੇ ਕੰਮ ਕਰਨਾ ਹੋਵੇ ਸਿਰਫ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨਾ ਹੋਵੇ, ਜਿਵੇਂ PTC ਕਰਦਾ, ਉਹਦੇ ਵਾਸਤੇ ਧਾਮੀ ਸਾਹਿਬ 200 ਕਰੋੜ ਰੁਪਈਆ ਨਹੀਂ ਚਾਹੀਦਾ। ਤੁਸੀਂ ਕੋਈ ਨਿਊਜ਼ ਚੈਨਲ ਨਹੀਂ, ਤੁਸੀਂ ਐਂਕਰ ਨਹੀਂ ਰੱਖਣੇ, ਤੁਸੀਂ ਸਿਰਫ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨਾ ਤੇ ਕਰਵਾਉਣਾ ਹੈ। ਅਰੇ ਮੰਗ ਪਹਿਲਾਂ ਵੀ ਉੱਠਦੀ ਰਹੀ ਹੈ, ਕੋਈ ਸਰਬ ਸਾਂਝਾ ਸਥਾਨ ਹੈ, ਫਿਰ ਇੱਕੋ ਹੀ ਚੈਨਲ ਨੂੰ ਉੱਥੋਂ ਗੁਰਬਾਣੀ ਪ੍ਰਸਾਰਣ ਦੇ ਅਧਿਕਾਰ ਕਿਉਂ? ਪਰ ਸੱਚਮੁੱਚ ਬਲਦੀ ਤੇ ਤੇਲ ਪੈ ਗਿਆ ਜਦੋਂ ਇੱਕ ਮੁਟਿਆਰ ਦੇ ਸ਼ੋਸ਼ਣ ਦਾ ਮਾਮਲਾ ਸਾਹਮਣੇ ਆ ਗਿਆ। ਸੋ ਦੋਸਤੋ, ਉਮੀਦ ਕਰ ਰਹੇ ਹਾਂ ਕਿ ਤੁਹਾਨੂੰ ਆਪਣਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਣਾ। ਜੇਕਰ ਪ੍ਰੋਗਰਾਮ ਚੰਗਾ ਲੱਗਿਆ, ਕਿਰਪਾ ਕਰਕੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ। ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੇਰਾ ਬਰਾਖਾ।